ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਜ਼ਿੰਦਗੀ ਦੇ ਵਿੱਚ ਕਈ ਵਾਰੀ ਅਜਿਹੇ ਮਾੜੇ ਹਾਦਸੇ ਵਾਪਰਦੇ ਨੇ ਕਿ ਮਨੁੱਖ ਦੀ ਜ਼ਿੰਦਗੀ ਬਦਲ ਜਾਂਦੀ ਹੈ ਔਰ ਉਸ ਜ਼ਿੰਦਗੀ ਨੂੰ ਅਤੇ ਉਹਨਾਂ ਮਾੜੇ ਹਾਦਸਿਆਂ ਨੂੰ ਕਈ ਵਾਰ ਅਸੀਂ ਬਹੁਤ ਹੀ ਨੈਗੇਟਿਵ ਵੇ ਨਾਲ ਲੈ ਲੈਂਦੇ ਹਾਂ ਅਤੇ ਨਿਰਾਸ਼ਾ ਦੇ ਆਲਮ ਵਿੱਚ ਚਲੇ ਜਾਂਦੇ ਹਾਂ। ਕੁਝ ਲੋਕ ਉਹ ਨੇ ਜਿਹੜੇ ਉਹਨਾਂ ਹਾਦਸਿਆਂ, ਉਹਨਾਂ ਚੈਲੰਜਸ ਨੂੰ, ਉਹਨਾਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਨੇ ਔਰ ਜ਼ਿੰਦਗੀ ਦੇ ਵਿੱਚ ਨਵੇਂ ਰਸਤੇ ਲੱਭਦੇ ਹੋਏ ਉਹਨਾਂ ਬੁਲੰਦੀਆਂ 'ਤੇ ਪਹੁੰਚਦੇ ਨੇ। ਇਹਨਾਂ ਮਸਲਿਆਂ ਦਾ ਹੱਲ ਕਿਵੇਂ ਹੁੰਦਾ ਹੈ, ਇਹ ਜਾਣਨ ਲਈ ਅੱਜ ਇਹ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ। ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੇ ਆਪਣੀ 20-21 ਸਾਲ ਦੀ ਉਮਰ ਦੇ ਵਿੱਚ ਸੁਣਨ ਸ਼ਕਤੀ ਇੱਕ ਹਾਦਸੇ ਵਿੱਚ ਗਵਾ ਲਈ। ਉਸ ਹਾਦਸੇ ਤੋਂ ਮਗਰੋਂ ਉਹਨਾਂ ਨੂੰ ਆਪਣੇ ਕਾਲਜ ਦੇ ਵਿੱਚੋਂ ਅਕੈਡਮਿਕਲੀ ਡਿਸਮਿਸ ਕਰ ਦਿੱਤਾ ਗਿਆ, ਪਰ ਉਹਨਾਂ ਨੇ ਨਿਰਾਸ਼ ਨਹੀਂ ਹੋਏ ਔਰ ਉਸ ਗੱਲ ਨੂੰ ਇੱਕ ਚੁਣੌਤੀ ਵਜੋਂ ਲੈ ਕੇ ਜ਼ਿੰਦਗੀ ਦੇ ਅੱਜ ਉਸ ਮੁਕਾਮ 'ਤੇ ਨੇ ਕਿ ਹਜ਼ਾਰਾਂ ਹੀ ਲੋਕਾਂ ਦੀ ਸਹਾਇਤਾ ਕਰਦੇ ਹੋਏ ਦੁਨੀਆ ਭਰ ਦੇ ਵਿੱਚੋਂ ਉਹ ਵਾਪਸ ਅਮਰੀਕਾ ਆ ਕੇ ਅੱਜ ਇੱਕ ਆਪਣੀ ਕੰਪਨੀ ਰਨ ਕਰ ਰਹੇ ਨੇ। ਉਹਨਾਂ ਦਾ ਨਾਂ ਹੈ ਮਨਵੀਰ ਸਿੰਘ। ਮਨਵੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ। ਮਨਵੀਰ, ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਹਾਦਸਾ ਵਾਪਰਿਆ ਜਿਹਦੇ ਨਾਲ ਤੁਹਾਡੀ ਸੁਣਨ ਸ਼ਕਤੀ ਜਾਂਦੀ ਰਹੀ। ਕੀ ਹੋਇਆ? ਮੇਰਾ ਐਕਸੀਡੈਂਟ ਹੋ ਗਿਆ ਸੀ। ਫਿਰ ਐਕਸੀਡੈਂਟ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਕਰਨਾ ਸੀਗਾ। ਫਿਰ ਮੈਂ ਕਾਲਜ ਦੇ ਵਿੱਚ ਐਡਮਿਸ਼ਨ ਅਪਲਾਈ ਕੀਤੀ ਸੀ ਟੈਂਪਲ ਯੂਨੀਵਰਸਿਟੀ। ਫਿਰ ਮੈਂ ਉੱਥੋਂ ਸ਼ੁਰੂ ਕੀਤਾ। ਫਿਰ 2013 ਦੇ ਵਿੱਚ ਮੈਂ ਡਿਸਮਿਸ ਹੋ ਗਿਆ ਸੀਗਾ ਕਰਕੇ ਮੇਰੇ ਗ੍ਰੇਡ ਅੱਛੇ ਨਹੀਂ ਸੀਗੇ। GPA ਮੇਰਾ 1.8 ਸੀਗਾ। ਫਿਰ ਟੈਂਪਲ ਯੂਨੀਵਰਸਿਟੀ ਨੂੰ ਮੈਨੂੰ ਡਿਸਮਿਸ ਕਰਤੀ ਸੀਗੇ। ਫਿਰ ਮੈਂ ਦੁਨੀਆ ਦੇ ਵਿੱਚ ਮੈਂ ਟਰੈਵਲ ਕੀਤਾ ਸੀਗਾ। ਮਨਵੀਰ, ਲੈਟ ਮੀ ਇੰਟਰਪਟ ਯੂ। 1.8 GPA ਕਿਉਂ ਸੀ? ਮਨ ਨਹੀਂ ਸੀ ਲੱਗਦਾ ਜਾਂ ਸਮਝ ਨਹੀਂ ਸੀ ਲੱਗਦੀ, ਸੁਣ ਨਹੀਂ ਸੀ ਸਕਦੇ? ਉਹ ਸਾਰਾ ਚੈਲੰਜ ਸੀਗਾ। ਕਲਾਸਰੂਮ ਦੇ ਵਿੱਚ ਪ੍ਰੋਫੈਸਰ ਨੂੰ ਸੁਣਦਾ ਨਹੀਂ ਸੀਗਾ, ਕੋਈ ਇਨਫੋਰਮੇਸ਼ਨ ਜ਼ਿਆਦਾ ਨਹੀਂ ਪਿਕਅਪ ਕਰਦਾ ਸੀਗਾ। ਉਹ ਡਾਕਟਰ ਕਹਿੰਦਾ ਸੀਗਾ ਹੀਅਰਿੰਗ ਏਡ ਪਵਾ ਲਓ, ਬਟ ਮੈਨੂੰ ਨਹੀਂ ਚਾਹੀਦੀ ਸੀਗੀ। ਮੇਰਾ ਪ੍ਰਾਈਡ ਜ਼ਿਆਦਾ ਸੀਗਾ। ਫਿਰ ਹਜੇ ਚੰਗਾ ਨਹੀਂ ਲੱਗਿਆ ਸੀ ਮੈਨੂੰ। ਫਿਰ ਮੈਂ ਟਰੈਵਲ ਗਿਆ ਸੀ। ਪਹਿਲਾਂ ਟਰਕੀ ਸ਼ੁਰੂ ਕੀਤਾ ਸੀ। ਸੋ ਯੂ ਲੈਫਟ ਦਾ ਕੈਂਪਸ, ਯੂਨੀਵਰਸਿਟੀ ਛੱਡ ਦਿੱਤੀ? ਉਹ ਟੈਂਪਲ ਨੇ ਮੈਨੂੰ ਡਿਸਮਿਸ ਕੀਤੀ। ਫਿਰ ਮੈਂ ਛੱਡ ਦਿੱਤਾ ਸੀਗਾ। So I was confused, ਮੈਂ ਹੁਣ ਕੀ ਕਰਾਂ। So in order to get back to myself, I decided to travel to many countries in the Eastern world, including Middle East, then Far East Asia, then South America. ਕਿਉਂ ਇਹ ਆਇਆ ਮਨ 'ਚ ਵਿਚਾਰ ਕਿ ਮੈਂ ਇਹਨਾਂ ਕੰਟਰੀਜ਼ ਦੇ ਵਿੱਚ ਜਾਵਾਂ? ਕੀ ਸੋਚ ਕੇ ਗਏ ਸੀ ਤੁਸੀਂ? ਉੱਥੇ ਲੋਕਾਂ ਦੀ ਜ਼ਿਆਦਾ ਪ੍ਰੋਬਲਮ ਸੀਗੀ, so I wanted to help. And when I wanted to help them, I felt that I would get my inner self back together. So that's why I decided to go along with it. And that was the first trip to Turkey in Istanbul, all the way to the eastern part of Turkey. ਕਿਸ ਸਾਲ ਤੁਸੀਂ ਟਰਕੀ ਗਏ? ਮੈਂ ਟਰਕੀ ਪਹਿਲਾਂ ਗਿਆ ਸੀਗਾ, ਫਿਰ ਮੈਂ ਸੀਰੀਆ ਗਿਆ ਸੀ। ਸੀਰੀਆ ਤੋਂ ਬਾਅਦ ਮੈਂ ਈਰਾਨ ਗਿਆ ਸੀ। ਈਰਾਨ ਤੋਂ ਬਾਅਦ ਮੈਂ ਅਫਗਾਨਿਸਤਾਨ ਗਿਆ ਸੀ। And then after Afghanistan, I went to Pakistan. So after Pakistan, I went to India and Nepal. Let me ask you, ਟਰਕੀ ਗਏ ਸੀ ਤੁਸੀਂ ਜਾਂ ਸੀਰੀਆ ਗਏ ਸੀ ਜਦੋਂ ਸਿਵਲ ਵਾਰ ਚੱਲ ਰਹੀ ਸੀ? Yeah, there were the civil war of the Syrians who were leaving their countries. Then they were going to the eastern part of Turkey. So I decided to go along and help them. And the people that were affected lost their family, has lost their brothers, sisters, mothers, even children from the war, and some lost their body part, and they were
mentally affected by it. So I was helping them the best I could by providing food and building shelters. I was helping with the Syrian, just regular people, and helping them to build a shelter. And by doing that, I felt good about myself because it just cleans, it just cleans your heart out. Yeah. ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਮਨਵੀਰ ਬੋਰਨ ਯੂਕੇ ਵਿੱਚ ਹੋਇਆ, ਪਰ ਉਹਦੇ ਦਾਦਾ ਤੇ ਚਾਚਾ ਜੀ ਫਿਲਾਡੈਲਫੀਆ ਦੇ ਵਿੱਚ ਸੀ। ਉੱਥੇ ਉਹਨੇ ਟੈਂਪਲ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈ, ਪਰ ਇਸ ਹਾਦਸੇ ਦੇ ਨਾਲ ਜਦੋਂ ਉਹਨਾਂ ਦੀ ਆਵਾਜ਼ ਸੁਣਨ ਦੀ, ਉਹਨਾਂ ਦੀ ਸੁਣਨ ਸ਼ਕਤੀ ਜਾਂਦੀ ਰਹੀ, ਅਤੇ ਯੂਨੀਵਰਸਿਟੀ ਨੇ ਉਹਨਾਂ ਨੂੰ ਅਕੈਡਮਿਕਲੀ ਕਿ ਉਹਨਾਂ ਦੇ ਨੰਬਰ ਪੂਰੇ ਨਹੀਂ ਬਣ ਰਹੇ ਸੀ, ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚੋਂ ਬੇਦਾਖਲ ਕਰ ਦਿੱਤਾ। ਇਸ ਉਮਰ ਦੇ ਵਿੱਚ ਕਿਸੇ ਵੀ ਸਟੂਡੈਂਟ ਲਈ ਇਹ ਨਮੋਸ਼ੀ ਵੀ ਹੋ ਸਕਦੀ ਸੀ, ਨਿਰਾਸ਼ਾ ਵੀ ਹੋ ਸਕਦੀ ਸੀ ਅਤੇ ਇੱਕ ਹਾਰ ਵੀ ਹੋ ਸਕਦੀ ਸੀ। ਪਰ ਮਨਵੀਰ ਨੇ ਉਹ ਰਸਤਾ ਚੁਣਿਆ ਜਿੱਥੇ ਜਾ ਕੇ ਉਹ ਲੋਕਾਂ ਦੀ ਮਦਦ ਕਰ ਸਕਦਾ। ਸੀਰੀਆ ਅਤੇ ਤੁਰਕੀ ਦੇ ਵਿੱਚ ਜਾ ਕੇ ਉਹਨਾਂ ਨੇ ਸਿਵਲ ਵਾਰ ਦੇ ਪੀੜਤ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ, ਔਰ ਇਹ ਸਫ਼ਰ ਇੱਥੋਂ ਸ਼ੁਰੂ ਹੋਇਆ ਅਤੇ ਉਹ ਰੁਕਿਆ ਨਹੀਂ। ਮਨਵੀਰ, ਸੀਰੀਆ ਦੇ ਵਿੱਚ ਉਹਨਾਂ ਜਦੋਂ ਤੁਸੀਂ ਗਏ, ਉਹਨਾਂ ਲਈ ਤੁਹਾਡੇ ਕੋਲ ਕੋਈ ਫੰਡ ਜਾਂ ਪੈਸਾ ਕਿੱਥੋਂ ਆਇਆ ਜਦੋਂ ਤੁਸੀਂ ਇਸ ਪੈਸੇ ਸਾਰੇ ਮੇਰੇ ਰੈਗੂਲਰ ਬੈਂਕ ਅਕਾਊਂਟ 'ਤੇ ਸੀ, ਸੋ ਵਿੱਚ ਮੈਂ ਪੈਸੇ ਕੈਸ਼ ਕਰਦੇ ਸੀਗੇ। So I took it with me, because some countries, they don't have ATM machine. Right. So I took cash and converted it. And ਪਰ ਕਿਸੇ ਤੋਂ ਕੋਈ ਸਹਾਇਤਾ ਨਹੀਂ ਲਈ, ਕੋਈ ਫੰਡ ਰੇਜ਼ ਨਹੀਂ ਕੀਤਾ, ਕਿਸੇ ਤੋਂ ਮਦਦ ਨਹੀਂ ਮਿਲੀ? ਸਾਰਾ ਮੇਰੇ ਪਰਸਨਲ ਸੀਗਾ। ਜੋ ਕੋਈ ਫਕੀਰ ਬੰਦਾ ਮੈਂ ਦੇਖਿਆ ਸੀਗਾ, I decided to help him. ਖਾਣ ਵਾਸਤੇ, ਜੋ anything, ਕੱਪੜੇ ਵਾਸਤੇ। And it would bring out the truth. Yeah. So ਸੀਰੀਆ ਤੋਂ ਬਾਅਦ ਤੁਸੀਂ ਕਿੱਥੇ ਗਏ? ਸੀਰੀਆ ਤੋਂ ਬਾਅਦ ਮੈਂ ਈਰਾਨ ਗਿਆ ਸੀਗਾ, ਈਰਾਨ ਸ਼ਿਰਾਜ਼, ਉੱਥੇ ਗਿਆ ਸੀਗਾ। ਫਿਰ ਮੈਂ ਬੋਰਡਰ ਕ੍ਰਾਸ ਕੀਤਾ, ਫਿਰ ਮੈਂ ਅਫਗਾਨਿਸਤਾਨ ਚਲਾ ਗਿਆ ਸੀਗਾ। ਅਫਗਾਨਿਸਤਾਨ ਤੋਂ ਬਾਅਦ ਮੈਂ ਪਾਕਿਸਤਾਨ ਗਿਆ ਸੀ। ਅਫਗਾਨਿਸਤਾਨ ਦੇ ਵਿੱਚ ਤੁਸੀਂ ਜਦੋਂ ਕ੍ਰਾਸ ਕੀਤਾ, ਉੱਥੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਸੀ? ਯੂ ਆਰ ਟਾਕਿੰਗ ਅਬਾਊਟ 2015, ਰਾਈਟ? ਯਾ। ਓਕੇ। ਉੱਥੇ ਉਹਦੀ ਕਬੂਲ ਮੈਂ ਰਹਿੰਦਾ ਸੀਗਾ, ਉੱਥੇ ਮੈਂ ਗੁਰਦੁਆਰਾ ਦੇਖਣ ਗਿਆ ਸੀ। ਬਟ ਸਿਚੁਏਸ਼ਨ ਬਹੁਤ ਖਰਾਬ ਸੀਗਾ ਉੱਥੇ। ਟਰਾਈਬ ਸੀਗੇ, ਲੜਾਈ ਹੁੰਦੀ ਸੀਗੀ ਸਿੱਖਾਂ ਦੇ ਨਾਲ, ਟਰਾਈਬ ਦੇ ਨਾਲ। ਉਹ ਸਿੱਖਾਂ ਨੂੰ ਕਹਿੰਦੇ ਸੀ ਤੁਸੀਂ ਬਾਹਰ ਚਲ ਜਾਓ, ਇੱਦਾਂ ਦੀ ਲੜਾਈ ਆ। ਬਟ it wasn't a good situation. What I've seen, and I've seen, people actually got killed by gunfire, or by I've seen a car got blown up. But that didn't stop me from going further. ਕੋਈ ਸਿਕਿਉਰਿਟੀ ਨਹੀਂ, ਕੋਈ ਕਿਸੇ ਕਿਸਮ ਦੀ ਹੈਲਪ ਨਹੀਂ ਗਵਰਨਮੈਂਟ ਤੋਂ ਜਾਂ ਕਿਸੇ ਹੋਰ ਤੋਂ? Just by myself. Yeah, I just took the risk of going by myself. And I know my family would be worried, but that did not stop me from going further. After Afghanistan, went to Pakistan. And I stayed in Nankana Sab in Pakistan. So you crossed the border from Afghanistan to Pakistan? Yeah. And ਕੋਈ ਉੱਥੇ ਇਸ ਤਰ੍ਹਾਂ ਦੀ ਮੁਸ਼ਕਲ ਤਾਂ ਨਹੀਂ ਆਈ ਬਹੁਤ ਜ਼ਿਆਦਾ ਵੱਡੀ ਕੋਈ ਤੁਹਾਨੂੰ, ਕਿ ਕਿਸੇ ਨੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਕਿ ਕਈ ਜਰਨਲਿਸਟ, ਕਈ ਲੋਕਾਂ ਨੂੰ ਉੱਥੇ ਕਿਡਨੈਪ ਕਰ ਲਿਆ ਜਾਂਦਾ ਰਿਹਾ, ਬਾਰਡਰ ਕ੍ਰਾਸ ਕਰਦਿਆਂ ਮੁਸ਼ਕਲਾਂ ਆਈਆਂ ਕੁਛ? ਮੈਨੂੰ ਉੱਦਾਂ ਦੀ ਸਟੋਰੀ ਸੁਣੀਆਂ ਸੀਗਾ, ਬਟ ਫੇਸ ਨਹੀਂ ਕਰਨੀ ਪਈ? ਮੈਂ ਕੇਅਰਫੁਲ ਸੀਗਾ। ਜੋ ਮੈਂ ਈਚ ਕੰਟਰੀ 'ਤੇ ਗਿਆ ਸੀ, ਮੈਂ ਸੂਟ ਟਾਈ ਨਹੀਂ ਪਵਾ ਕੇ ਗਿਆ, ਮੈਂ ਕੁਰਤਾ ਪਜਾਮਾ ਪਾ ਕੇ ਗਿਆ ਸੀ, so I can blend in, Yeah. And I realized, starting from Turkey up until Pakistan, I just took the same route Alexander the Great took. And
And that felt really good because he had been my favorite war campaigner at that time. And I was really amazed by his route. ਸੋ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਅਮਰੀਕਾ ਛੱਡਿਆ Yeah, ਤੇ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਟਰਕੀ ਵਾਲੇ ਪਾਸੇ ਤੋਂ yeah, ਉਦੋਂ ਇੱਕ ਨਿਰਾਸ਼ਾ ਸੀਗੀ ਯੂ ਆਰ ਡਿਪਰੈਸਡ ਕਿ ਮੇਰੇ ਨਾਲ ਮੈਨੂੰ ਕਾਲਜ ਚੋਂ ਕੱਢ ਦਿੱਤਾ ਗਿਆ ਆ ਜਦੋਂ ਹੈਲਪ ਕਰਨੀ ਸ਼ੁਰੂ ਕੀਤੀ ਦੈਨ ਯੂ ਕੇਮ ਬੈਕ ਮਨ ਨੂੰ ਤਸੱਲੀ ਹੋਈ ਕਿ ਮੈਂ ਸੇਵਾ ਕਰ ਰਿਹਾ yeah. So after I left the university, I was depressed. I was feeling guilty with myself. You know, why did this happen to me? But no one knows. But if it meant to happen, it meant to happen. And I decided to accept who I was. But the disability I have, it's not just a disability, it's a gift. You know, I just received the gift. And it made me 10 times stronger than who I was. It made me feel that, okay, I can take this challenge to another level. And anyone who has a disability, they're all consider a special people. You know, they're not weak. They're not thinking that they're not smart, but they are smart, and they are smart in a different way. So it's just a gift. That's what I see. ਮਨਵੀਰ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਰੀ ਘਟਨਾ ਸਾਡੇ ਬਹੁਤ ਸਾਰੇ ਦਰਸ਼ਕਾਂ ਲਈ ਪ੍ਰੇਰਨਾ ਸਰੋਤ Yes, ਹੋਣੀ ਆ ਦਾ ਵੇ ਯੂ ਟੁੱਕ ਦਿਸ ਚੈਲੰਜ yes, ਤੇ ਉਹ ਤਰੀਕਾ ਜਿਹੜਾ ਤੁਸੀਂ ਅਡਾਪਟ ਕੀਤਾ ਇਹਨਾਂ ਚੈਲੰਜਸ ਨੂੰ yes, ਫੇਸ ਕਰਨ ਲਈ ਉਹ ਬਿਲਕੁਲ ਵੱਖਰੀ ਕਿਸਮ ਦਾ ਹੈ yes, ਅਸੀਂ ਇੱਕ ਨਾਵਲ ਪੜ੍ਹਦੇ ਹੁੰਦੇ ਸੀਗੇ ਅਸਲੀ ਇਨਸਾਨ ਦੀ ਕਹਾਣੀ yeah, ਰਸ਼ੀਅਨ ਨਾਵਲ ਸੀ ਸੋ ਇੱਕ ਪਾਇਲਟ ਆਪਣੀਆਂ ਲੱਤਾਂ ਗਵਾ ਲੈਂਦਾ ਹੈ ਤੇ ਬਾਅਦ ਦੇ ਵਿੱਚ ਫਿਰ ਉਹ ਆ ਕੇ ਦੁਬਾਰਾ yeah, ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰਦਾ ਤੇ ਉਹ ਪਾਇਲਟ ਦੇ ਤੌਰ ਤੇ ਜਾਂਦਾ ਸੋ ਇਹ ਸਫ਼ਰ ਤੁਹਾਡਾ ਫਿਰ ਇੱਥੋਂ ਪਾਕਿਸਤਾਨ ਜਦੋਂ ਤੁਸੀਂ ਗਏ ਪਾਕਿਸਤਾਨ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਪਾਕਿਸਤਾਨ ਦੇ ਸਫ਼ਰ ਬਾਰੇ ਤੇ ਉਸ ਤੋਂ ਅਗਲੇ ਸਫ਼ਰ ਦੇ ਬਾਰੇ Yeah. ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ yeah. ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਡੀ ਗੱਲਬਾਤ ਚੱਲ ਰਹੀ ਆ ਮਨਵੀਰ ਸਿੰਘ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਾਪਰੇ ਹਾਦਸੇ ਨੂੰ ਜਿਹਨੇ ਉਹਨਾਂ ਨੂੰ ਡਿਸੇਬਲ ਕਰ ਦਿੱਤਾ ਸੀ ਪਰ ਉਹਨਾਂ ਨੇ ਉਸ ਹਾਦਸੇ ਨੂੰ ਇੱਕ ਚੁਣੌਤੀ ਵਜੋਂ ਲਿਆ ਮਨਵੀਰ ਆਪਾਂ ਪਾਕਿਸਤਾਨ ਸੀਗੇ ਹਾਂਜੀ ਸੋ ਤੁਸੀਂ ਪਾਕਿਸਤਾਨ ਐਂਟਰ ਕੀਤੇ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਨੂੰ ਮੁਸ਼ਕਲ ਆਈ ਜਾਂ ਕਿਸ ਤਰ੍ਹਾਂ ਦਾ ਦੇਖਿਆ ਉਹ ਸਾਰਾ ਕੁਝ ਤੁਸੀਂ ਪਾਕਿਸਤਾਨ ਇੰਡੀਆ ਲੱਗਦਾ ਪਾਕਿਸਤਾਨ ਨਾਲ ਇੰਡੀਆ ਸਾਰਾ ਸੇਮ ਹੈ ਯੂ نو ਪਾਕਿਸਤਾਨ ਦੇ ਲੋਕੀ ਜੋ ਹੈ ਇੰਡੀਆ ਦੇ ਲੋਕੀ ਸਾਰੇ ਸੇਮ ਹੈ ਪਰ ਜੋ ਲੜਾਈ ਉੱਥੇ ਹੁੰਦੀ ਆ ਦੋਨੇ ਕੰਟਰੀ ਦੇ ਨਾਲ ਹੋਣੀ ਨਹੀਂ ਚਾਹੀਦੀ ਸ਼ਾਂਤੀ ਤੇ ਰਹਿਣਾ ਪੈਣਾ ਯੂ نو ਹੈਲਪ ਕਰਨੀ ਚਾਹੀਦੀ ਇੱਦਾਂ ਹੀ ਪ੍ਰੋਬਲਮ ਸੋਲਵ ਹੋ ਜਾਂਦੀ ਲੜਾਈ ਕਰਕੇ ਨਹੀਂ ਪ੍ਰੋਬਲਮ ਸੋਲਵ ਹੁੰਦੀ ਹੈ ਐਂਡ ਮੈਂ ਜੋ ਕੋਈ ਮੁਸਲਮਾਨ ਸੀਗੇ ਮੈਂ ਉਹਨਾਂ ਨੂੰ ਕਿਹਾ ਅਸਲਾਮ ਵਾਲੇਕੁਮ ਬਸ ਉਹਨਾਂ ਨੂੰ ਪਤਾ ਸੀਗਾ ਮੈਂ ਸਿੱਖ ਸੀਗਾ ਯੂ نو ਉੱਥੇ ਮੈਂ ਨਾਨਕਾਣਾ ਸਾਹਿਬ ਗਿਆ ਸੀ ਐਂਡ ਕੋਈ ਪ੍ਰੋਬਲਮ ਨਹੀਂ ਸੀਗਾ ਮੈਂ ਸਟ੍ਰੇਂਜਰ ਦੇ ਨਾਲ ਯੂ نو ਗੱਡੀ ਲੈ ਕੇ ਗਿਆ ਸੀਗਾ ਐਂਡ it was just a peaceful journey by going to the Nankana Sahib and seeing the birthplace of Guru Nanak Dev Ji. ਓਕੇ Yeah. ਸੋ ਇਹ ਸਫ਼ਰ ਇਸ ਤੋਂ ਬਾਅਦ ਪਾਕਿਸਤਾਨ ਤੋਂ ਕਿੱਥੇ ਗਏ ਤੁਸੀਂ ਪਾਕਿਸਤਾਨ ਤੋਂ ਬਾਅਦ ਮੈਂ ਇੰਡੀਆ ਚਲ ਗਿਆ ਸੀਗਾ ਦਿੱਲੀ ਉੱਥੇ ਮੈਂ ਰਿਹਾ ਸੀਗਾ ਗੁਰਦੁਆਰਾ ਸਿਸਗੰਜ ਸਾਹਿਬ ਜੀ yeah. And then after that I went to Punjab ਅੰਮ੍ਰਿਤਸਰ ਗਿਆ ਸੀਗਾ ਸੋ ਫਿਰ ਮੈਨੂੰ ਸੁਣਿਆ ਸੀਗਾ ਨਿਊਜ਼ 'ਚ ਆਇਆ ਸੀ ਕਾਠਮੰਡੂ ਨੇਪਾਲ ਉੱਥੇ ਅਰਥਕੁਏਕ ਆ ਗਿਆ ਸੀ ਸੋ ਨੇਪਾਲ 'ਚ ਜਿਹੜਾ ਹਾਂਜੀ ਅਰਥਕੁਏਕ ਆਇਆ yeah. So after
Punjab, I took a flight to Delhi. From Delhi, I took a bus to Nepal. ਸੋ ਕੀ ਸੋਚ ਕੇ ਗਏ ਨੇਪਾਲ ਕਿ ਕੀ ਕਰੂੰਗਾ ਮੈਂ ਨੇਪਾਲ ਜਾ ਕੇ? ਉੱਥੇ ਤੇ ਅਰਥਕੁਏਕ ਆਇਆ ਸੀਗਾ। ਹਾਂ Nepal, ਉੱਥੇ ਲੋਕੀ affected ਸੀਗੇ by the earthquake. So I helped them I helped the Nepal armies, helping them remove rocks and hopefully recovering bodies or looking for people who were still alive and stuck in the, underneath the rocks. And we found some alive, but some unfortunately didn't make it alive. And those were children as well. Those were older people, mother, father. So that was emotional. That's when I felt that I cannot do it anymore, but I have to keep going. So I was crying while I was removing the rocks because I didn't want to do it anymore, but I didn't want to back out. So I decided to keep moving forward. Yeah. It was not a happy journey for most part, but a lot of emotions involved. ਨੇਪਾਲ ਤੋਂ ਬਾਅਦ ਕੀ ਮਨ ਚ ਆਇਆ ਕਿ ਹੁਣ ਵਾਪਸ ਅਮਰੀਕਾ ਜਾਣਾ ਹੈ ਜਾਂ? I wasn't ready to go back to America. So I took a trip to Sao Paulo, Brazil, and then from Sao Paulo I took a trip to Colombia and Bolivia. And I helped the tribes there. In the Amazon rainforest, there are tribes that are living there. ਜਿਹੜੇ ਜੰਗਲਾਂ ਦੇ ਵਿੱਚ ਹੁਣ ਅਸੀਂ ਹਾਂਜੀ। ਸੁਣਦੇ ਹਾਂ ਕਿ ਅੱਗ ਲੱਗੀ ਆ, ਹਾਂਜੀ। ਔਰ ਜਿਹੜੇ ਦੁਨੀਆ ਭਰ ਨੂੰ ਆਕਸੀਜਨ ਦਿੰਦੇ ਨੇ, ਹਾਂਜੀ। ਤੁਸੀਂ ਉੱਥੇ ਗਏ, ਉਹਨਾਂ ਜੰਗਲਾਂ ਦੇ ਵਿੱਚ ਗਏ? ਹਾਂਜੀ। ਵਾਓ। Yeah, and they don't have any electricity. They don't have any access to the outside world. They are living in the jungle because they are protecting the jungles from tree cutters. They are protecting it from palm trees oil. So because that's provide oxygen to them, and it provides clean water. The trees, some are cutting off the clean water by the government. And they are protesting and fighting against the government. And I've seen that they actually threw a spear against the Colombian military because they are saying that this is our land, do not ruin it. ਜਿਹੜੇ ਕਬੀਲੇ ਸੀ ਉਸ ਜੰਗਲ ਵਿੱਚ ਰਹਿ ਰਹੇ? Yeah. And so you lived with them? ਉਹਨਾਂ ਦੇ ਨਾਲ ਉੱਥੇ ਜਾ ਕੇ ਮਿਲਦੇ ਹੀ ਰਹੇ ਉਹਨਾਂ ਨੂੰ? I did live with them for 8 hours, but I stayed in a small little hostel. But they taught me many things: how to make a bow and arrow, how to make spear, and I even ate with them. And the food I ate was they had to cut the chicken in front of me, so which was clean, which was I've never experienced anything like this before. And go ahead. And then I went to Minas Gerais, which is in northern part of Brazil. And I was in the car driving. I said to my driver, stop there. I thought it was a wine farm, but it was actually a coffee farm. And so the farmer who owned the land showed me around how the coffee works, how the coffee grows. And I even tasted it. It's not like you buy coffee from the coffee shop here. It was actually fresh. Taste ਕੀਤੀ ਸੀ, ਸਾਰੇ farmers ਦੇ ਨਾਲ ਮੈਂ help ਕੀਤੀ ਸੀ। ਕਿੰਨਾ ਚਿਰ ਉੱਥੇ ਠਹਿਰੇ ਤੁਸੀਂ ਉਹਨਾਂ ਕਿਸਾਨਾਂ ਦੇ ਨਾਲ, farmers ਦੇ ਨਾਲ? I stayed 15 days. Yeah. ਤੇ ਉਹਨਾਂ ਦੇ ਨਾਲ ਤੁਹਾਡਾ ਇੰਟਰੈਕਸ਼ਨ ਹੋਇਆ ਕਿ ਕਿਵੇਂ ਉਹ ਖੇਤੀ, ਕਿਵੇਂ ਕਾਫੀ ਉਗਾਉਂਦੇ ਨੇ, ਕਿਸ ਤਰ੍ਹਾਂ ਨਾਲ ਉਹ ਮਾਰਕੀਟਿੰਗ ਕਰਦੇ ਨੇ? Yeah. ਬਟ ਐਜ਼ ਯੂ ਸੈਡ ਕਿ ਉਹਨਾਂ ਦੀ ਹਾਲਤ ਵੀ ਇੰਨੀ ਮਾੜੀ ਸੀ ਕਿ ਇੰਡੀਆ ਦੇ ਫਾਰਮਰਸ ਵਾਂਗੂ ਜਾਂ ਪੰਜਾਬ ਦੇ ਫਾਰਮਰਸ ਵਾਂਗੂ ਉਹਨਾਂ ਵੀ ਸੁਸਾਈਡ ਕੀਤੀ, ਖੁਦਕੁਸ਼ੀਆਂ ਕਰਨ ਦੀ ਬ੍ਰਾਜ਼ੀਲ ਦੇ ਕਿਸਾਨਾਂ ਨੂੰ? Same in India, in Punjab.
same what's happening in Brazil. ਮਨਵੀਰ ਲੈਟ ਮੀ ਸਟਾਪ ਯੂ ਹੇਅਰ। ਮੈਂ ਦੇਖ ਰਿਹਾ ਸੀ ਔਰ ਤੁਹਾਡੇ ਬਾਰੇ ਪੜ੍ਹ ਵੀ ਰਿਹਾ ਸੀ, ਮਹਾਰਾਜਾ ਕਾਫੀ। ਹਾਂਜੀ। ਸੋ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਇਹਦੇ ਨਾਲ? Hanji. Yeah. So I started Maharaja Coffee. And, ਇਹਨੂੰ ਲੈ ਲਓ ਤੁਸੀਂ। Yeah. And these are the coffees from Kenya. And I have 9 other varieties from different countries that are directly ਦੂਜੀ ਕਿਹੜੀ ਕਾਫੀ ਤੁਹਾਡੇ ਕੋਲ? Dujiyagi from Nicaragua, which is in Central America. And so all these coffees are directly in with the farmers who have been in touch with. And I help supply the farmers and by sharing the profit. And they would provide me the coffee, raw beans, and they would ship it to me. So I started a coffee roasting facility in Richmond, Virginia, which I roast the coffee and I provide it to people who actually love real coffee. ਇਹ ਸਫ਼ਰ ਹੈ ਜਿਸ ਨਿਰਾਸ਼ਾ ਨੂੰ ਇਹਨਾਂ ਨੇ ਆਸ਼ਾ ਦੇ ਵਿੱਚ ਬਦਲਿਆ। ਇਸ ਵੇਲੇ ਉਹ ਮਨਵੀਰ ਸਿੰਘ ਜਿਹੜਾ ਕਦੀ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ ਸੀ, ਉਸੇ ਯੂਨੀਵਰਸਿਟੀ ਨੇ ਉਹਨਾਂ ਨੂੰ ਵਾਪਸ ਵੀ ਬੁਲਾਇਆ। ਔਰ ਉਸ ਮਨਵੀਰ ਸਿੰਘ ਨੇ ਜਿਹੜਾ ਆਪਣੀ 95% ਸੁਣਨ ਸ਼ਕਤੀ ਗਵਾ ਚੁੱਕਾ ਹੈ, ਉਹਨੇ ਹੁਣ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਉਸ ਸਫ਼ਰ ਦੇ ਵਿੱਚ ਇੱਕ ਪੜਾਅ ਆ ਇਹ ਕੌਫੀ, ਔਰ ਕੌਫੀ ਵੇਚਣ ਅਤੇ ਖਰੀਦਣ ਦਾ ਜਾਂ ਖਰੀਦਣ ਅਤੇ ਵੇਚਣ ਦਾ ਜਿਹੜਾ ਮਾਡਲ ਹੈ ਕਿ ਉਹਨਾਂ ਫਾਰਮਰਸ ਤੋਂ ਸਿੱਧੀ ਖਰੀਦ ਕਰਦੇ ਨੇ, ਸਿਰਫ ਅਮਰੀਕਾ 'ਚੋਂ ਹੀ ਨਹੀਂ, ਬ੍ਰਾਜ਼ੀਲ 'ਚੋਂ। ਔਰ ਇਹਨਾਂ ਕੌਫੀਜ਼ ਨੂੰ ਉਹ ਲਿਆ ਕੇ ਇੱਥੇ ਹੁਣ ਮਾਰਕੀਟ ਕਰ ਰਹੇ ਨੇ, ਵੇਚ ਰਹੇ ਨੇ। ਕਿ ਅਜਿਹੀਆਂ ਕਹਾਣੀਆਂ, ਅਜਿਹੇ ਜ਼ਿੰਦਗੀ ਦੇ ਮਸਲੇ, ਅਜਿਹੇ ਜ਼ਿੰਦਗੀ ਦੀਆਂ ਚੁਣੌਤੀਆਂ ਸਾਨੂੰ ਜ਼ਿੰਦਗੀ ਦੇ ਵਿੱਚ ਕੁਛ ਹੋਰ ਕਰ ਗੁਜ਼ਰਨ ਲਈ ਪ੍ਰੇਰਿਤ ਨਹੀਂ ਕਰਦੇ। ਨਿਰਸੰਦੇਹ ਇਹ ਮਸਲੇ ਸਾਡੀ ਜ਼ਿੰਦਗੀ ਬਦਲਣ ਲਈ ਹੁੰਦੇ ਨੇ, ਜਿਵੇਂ ਮਨਵੀਰ ਨੇ ਸ਼ੁਰੂ ਵਿੱਚ ਦੱਸਿਆ ਸੀ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਜਦੋਂ ਮੁਸ਼ਕਲਾਂ ਆਉਂਦੀਆਂ ਨੇ, ਉਹ ਕਿਸੇ ਚੰਗੀ ਗੱਲ ਵੱਲ, ਜ਼ਿੰਦਗੀ ਦੇ ਕਿਸੇ ਚੰਗੇ ਪੜਾਅ ਦਾ ਸੰਕੇਤ ਦਿੰਦੀਆਂ ਨੇ। ਅਸੀਂ ਇਸ ਗੱਲਬਾਤ ਨੂੰ ਫਿਰ ਦੁਬਾਰਾ ਅਗਲੇ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਾਂਗੇ, ਪਰ ਫਿਲਹਾਲ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਸਮਾਪਤੀ ਕਰਾਂਗੇ। ਮਨਵੀਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਚੈਨਲ ਵੱਲੋਂ, ਸਾਡੇ ਦਰਸ਼ਕਾਂ ਵੱਲੋਂ Thank you. ਬਹੁਤ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ। Thank you. Thank you. ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਅਸੀਂ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਤੁਸੀਂ ਸਾਨੂੰ ਆਪਣੀ ਫੀਡਬੈਕ ਵੀ ਭੇਜ ਸਕਦੇ ਹੋ। ਧੰਨਵਾਦ।